जतन बहुत सुख के किए, दुख को कियो न कोय। कहो नानक सुन रे मना, हर पावै सो होए। जतन बहुत सुख के किए, दुख को कियो न कोय। कहो नानक सुन रे मना, हर पावै सो होए। वाहिगुरु जी का खालसा, वाहिगुरु जी की फतेह। ਸ਼ਲੋਕ 12 ਤੇ ਵਧੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਤੇ ਇਸ ਲੜੀ ਦੇ ਤਹਿਤ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ 39 ਨੰਬਰ, ਜਿਸ ਦਾ ਪਾਠ ਆਪਾਂ ਸਰਵਣ ਕੀਤਾ ਹੈ। ਇਸ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਦੁਨੀਆ ਦੀ ਇੱਕ ਬਹੁਤ ਵੱਡੀ ਸੱਚਾਈ ਨੂੰ ਬਿਆਨ ਕੀਤਾ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਦਾ ਹੈ ਸੁੱਖ ਲਈ ਕਰਦਾ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਇਨਸਾਨ ਨੂੰ ਪੁੱਛ ਕੇ ਵੇਖੋ ਕਿ ਭਾਈ ਜਿਹੜਾ ਤੂੰ ਕਦਮ ਪੁੱਟਿਆ, ਜਿਹੜਾ ਤੂੰ ਕੰਮ ਕਰ ਰਿਹਾ ਹੈ, ਇਹਦੇ ਵਿੱਚੋਂ ਦੁੱਖ ਚਾਹੁੰਦਾ ਹੈ ਕਿ ਸੁੱਖ ਚਾਹੁੰਦਾ, ਤੇ ਹਰ ਇੱਕ ਇਨਸਾਨ ਦਾ ਇੱਕੋ ਹੀ ਜਵਾਬ ਹੋਏਗਾ, ਮੈਂ ਜਿਹੜਾ ਕੰਮ ਕਰ ਰਿਹਾ ਇਹਦੇ ਵਿੱਚੋਂ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ। ਕਮਾਲ ਦੀ ਗੱਲ ਤੁਸੀਂ ਵੇਖੋ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਵਰਗ ਜਿਹੜਾ ਹੈ ਸੁੱਖ ਦੀ ਪ੍ਰਾਪਤੀ ਲਈ ਕੰਮ ਕਰਦਾ ਹੈ। ਚਾਹੇ ਉਹ ਕਿਸਾਨ ਹੈ, ਦੁਕਾਨਦਾਰ ਹੈ, ਕੋਈ ਬਹੁਤ ਵੱਡਾ ਵਪਾਰੀ ਬਿਜ਼ਨਸਮੈਨ ਹੈ। ਹਰ ਇੱਕ ਬੰਦੇ ਦਾ ਯਤਨ ਸੁੱਖ ਲਈ ਹੈ। ਘਰ ਬਣਾਉਂਦਾ ਹੈ ਸੁੱਖ ਲਈ, ਗੱਡੀ ਲੈਂਦਾ ਹੈ ਸੁੱਖ ਲਈ, ਜ਼ਮੀਨ ਦੇ ਵਿੱਚ ਫਸਲ ਬੀਜਦਾ ਹੈ ਸੁੱਖ ਲਈ ਕਿ 4 ਪੈਸੇ ਹੋਣ, ਛਿੱਲੜ ਹੋਣਗੇ ਮੇਰੇ ਕੋਲ, ਤੇ ਮੈਂ ਆਪਣੀ ਜ਼ਿੰਦਗੀ ਦੇ ਦਿਨ ਸੁੱਖਾਂ ਨਾਲ ਬਤੀਤ ਕਰਾਂਗਾ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੇ ਸਾਰੇ ਯਤਨ ਸੁੱਖ ਲਈ ਕੀਤੇ ਨੇ, ਦੁੱਖ ਆਉਂਦੇ ਕਿੱਥੋਂ ਨੇ? ਸਹਿ ਫਰਮਾਉਂਦੇ ਨੇ ਯਤਨ ਬਹੁਤ। ਇੱਕ ਹੁੰਦਾ ਨਾ ਆਮ ਯਤਨ ਕਰਨਾ, ਕਹਿੰਦੇ ਬਹੁਤ ਯਤਨ, ਬਹੁਤ ਜ਼ਿਆਦਾ ਯਤਨ, ਬਹੁਤ ਯਤਨ ਸੁੱਖ ਕੇ ਕੀਏ। ਸੁੱਖ ਦੇ ਵਾਸਤੇ ਬਹੁਤ ਜ਼ਿਆਦਾ ਯਤਨ ਕੀਤੇ, ਦੁੱਖ ਕੋ ਕੀਓ ਨਾ ਕੋਈ। ਦੁੱਖ ਲਈ ਤਾਂ ਇੱਕ ਵੀ ਯਤਨ ਨਹੀਂ ਕੀਤਾ। ਵੀ ਬੰਦੇ ਨੇ ਇੱਕ ਵੀ ਯਤਨ ਦੁੱਖ ਲਈ ਕੀਤਾ ਹੋਵੇ ਕਿ ਆਹ ਮੈਂ ਕੰਮ ਟਾਰਗੇਟ ਰੱਖ ਕੇ, ਵੇਖੋ ਵੀ ਟਾਰਗੇਟ ਰੱਖ ਕੇ ਕੰਮ ਕਰਨਾ, ਵੀ ਮੈਂ ਹੁਣ ਆਹ ਟਾਰਗੇਟ ਹੈ, ਮੇਰਾ ਨਿਸ਼ਾਨਾ ਕੀ ਹੈ, ਮੈਂ ਇਸ ਕੰਮ 'ਚੋਂ ਦੁੱਖ ਚਾਹੁੰਦਾ। ਇੱਕ ਵੀ ਕੰਮ ਨਹੀਂ ਇੱਦਾਂ ਦਾ ਹੈਗਾ। ਹਰ ਇੱਕ ਕੰਮ ਦੇ ਪਿੱਛੇ ਮਨਸਾ ਕੀ ਹੈ? ਸੁੱਖ ਦੀ ਪ੍ਰਾਪਤੀ। ਪਰ ਦੁੱਖ ਕੋ ਕਿਉਂ ਨਾ ਕੋਈ। ਅੱਛਾ, ਦੁੱਖ ਲਈ ਇੱਕ ਵੀ ਯਤਨ ਨਹੀਂ ਕੀਤਾ, ਫਿਰ ਸਵਾਲ ਇਹ ਪੈਦਾ ਹੁੰਦਾ ਵੀ ਦੁੱਖ ਆਉਂਦੇ ਕਿੱਥੋਂ ਨੇ? ਸੌਖੀ ਐਗਜ਼ਾਮਪਲ ਦੇਣ ਲੱਗਾ, ਧਿਆਨ ਨਾਲ ਸੁਣਿਓ। ਹਰ ਵਾਰ ਨਾ ਕੋਈ ਨਵਾਂ ਸੋਧਿਆ ਹੋਇਆ ਬੀਜ ਐਗਰੀਕਲਚਰ ਵਾਲੇ ਬਹੁਤ ਜ਼ਿਆਦਾ ਖੋਜ ਕਰਨ ਤੋਂ ਬਾਅਦ, ਰਿਸਰਚ ਕਰਨ ਤੋਂ ਬਾਅਦ ਉਹ ਕਿਸਾਨਾਂ ਨੂੰ ਦਿੰਦੇ ਨੇ ਵੀ ਯਾਰ ਕਿ ਕਣਕ ਦਾ ਨਵਾਂ ਬੀਜ ਆਇਆ, ਝੋਨੇ ਦਾ ਨਵਾਂ ਬੀਜ ਆਇਆ, ਆਹ ਬੀਜ ਕੇ ਵੇਖੋ। ਅਤੇ ਬਦਲਦਾ ਵੀ ਹੈ ਕਿਸਾਨ, ਮਹਿੰਗਾ ਬੀਜ ਲੈ ਕੇ ਵੀ ਪਾਉਂਦਾ ਹੈ ਕਿ 4 ਮਣ ਦਾਣੇ ਵੱਧ ਹੋਣ, ਝਾੜ ਵਧੀਆ ਹੋਵੇ। ਕਿਸਾਨ ਯੂਨੀਵਰਸਿਟੀ 'ਚੋਂ ਸੋਧਿਆ ਹੋਇਆ ਬੀਜ ਲਿਆ ਕੇ ਆਪਣੀ ਜ਼ਮੀਨ ਦੇ ਵਿੱਚ ਬੀਜਦਾ ਹੈ। ਬੀਜਿਆ ਉਹਨੇ ਸਿਰਫ ਬੀਜ ਹੈ, ਸਿਰਫ ਬੀਜ, ਉਹ ਵੀ ਸਾਫ਼ ਕਰਕੇ ਸੁਥਰਾ, ਬਿਲਕੁਲ ਸਾਫ਼ ਕਲੀਅਰ। ਪਰ ਜਦੋਂ ਉਹ ਫਸਲ ਬੀਜਦਾ ਹੈ, ਕਣਕ ਬੀਜਦਾ ਹੈ, ਕਈ ਵਾਰੀ ਆਪਾਂ ਇਹ ਵੇਖਦੇ ਕਣਕ ਨਾਲੋਂ ਵੱਧ ਨਦੀਨ ਉੱਗ ਪੈਂਦਾ। ਨਦੀਨ ਬੀਜਿਆ ਤਾਂ ਨਹੀਂ ਸੀ ਉਹਨੇ। ਨਦੀਨ ਕਿੱਥੋਂ ਆਇਆ? ਨਦੀਨ ਪਹਿਲਾਂ ਹੀ ਜ਼ਮੀਨ ਦੇ ਵਿੱਚ ਸੀ, ਸਿਰਫ ਬੀਜ ਬਾਹਰੋਂ ਲਿਆ ਕੇ ਪਾਉਣਾ ਪਿਆ। ਯਾਦ ਰੱਖਣਾ, ਚੰਗਿਆਈ ਬੀਜਣੀ ਪੈਣੀ ਹੈ, ਬੁਰਾਈ ਬੀਜਣ ਦੀ ਲੋੜ ਨਹੀਂ। ਬੁਰਾਈ ਤਾਂ ਵਾਤਾਵਰਨ 'ਚ, ਸਮਾਜ ਵਿੱਚ ਪਹਿਲਾਂ ਹੀ ਬਹੁਤ ਹੈ। ਆਪਾਂ ਨੂੰ ਆਪਣੇ ਬੱਚੇ ਨੂੰ ਸੱਚ ਬੋਲਣਾ, ਸਚਿਆਰਾ ਬਣਨਾ, ਧਰਮੀ ਬਣਨਾ ਆਦਿਕ ਇਹਨਾਂ ਚੰਗੇ ਗੁਣਾਂ ਦੀ ਸਿਖਲਾਈ ਦੇਣ ਦੀ ਲੋੜ ਹੈ। ਚੋਰੀ ਕਰਨ ਦੀ, ਬੇਈਮਾਨੀ ਕਰਨ ਦੀ, ਲੁੱਟ ਖਸੁੱਟ ਕਰਨ ਦੀ, ਧੋਖਾ ਕਰਨ ਦੀ, ਚਲਾਕੀਆਂ ਕਰਨ ਦੀ ਇਹ ਸਿੱਖਿਆ ਦੇਣ ਦੀ ਲੋੜ ਨਹੀਂ। ਇਹ ਤੁਹਾਡੇ ਵਾਤਾਵਰਨ 'ਚ ਪਹਿਲਾਂ ਹੀ ਬਹੁਤ ਪਿਆ। ਜਿਵੇਂ ਜ਼ਮੀਨ ਦੇ ਵਿੱਚ ਪਹਿਲਾਂ ਨਦੀਨ ਬਹੁਤ ਪਿਆ ਹੈ, ਨਦੀਨ ਆਪਣੇ ਆਪ ਉਗਣਾ। ਅਤੇ ਜੇ ਨਦੀਨ ਨੂੰ ਨਾ ਮਾਰਿਆ,
जिन्नी खाद पाउणी है, जिन्ना पानी देना, सारा नदीन नूं लगी जाना। किसान नदीन क्यों मारदा है कि जो मैं खुराक देनी फसल नूं तां लगू जे नदीन मारांगा, जे नदीन ना मारिया सारी खुराक नदीन नूं लगी जानी है। नदीन की इत्थे औगण, बुराई, खुराक की इत्थे जिहड़े मैं चंगे काम करदा, थोड़ा बहुता धार्मिक कर्म करदा जिहड़े। हुण तां ही तुसीं वेखो बंदा पाठ पूजा धर्म कर्म निभाउंदा, जे नदीन ना मारिया इन्हें उगण वधाई जाने बंदे की जिंदगी जोर, मेरे नाल दा धर्म ही कोई नहीं, हंकार वधा देना इन्हें साडी जिंदगी 'च। नदीन पुट्टना बहुत जरूरी है। हुण जिहड़े दुख ने साडे वातावरण 'च पहले बहुत ने, जतन सुख लई कीते दुख अपने आप आए। हुण दुख सवाल ये पैदा दुख है की? देखो जो दुखां नूं समझोगे ना तुसीं, हुण आपां पढ़दे हाँ गुरु पंजवें पातशाह दा वाक, औखी घड़ी ना देखण देई। वो औखी घड़ी वेखण नहीं दिंदा, अपना बिरद संभाले। हुण समाज मुताबक किसी बंदे दा शरीर किसी अग नाल झुलस जाए, आपां कहने बड़ी औखी घड़ी वेखी जी ने, बड़े तसीहे चले ने। किते चाह बनाउंदे चाह डोल जे शरीर दे उत्ते, कोई पानी गर्म तुहाडे जिस्म ते पै जाए, तुहाडे हत्थ ते पै जाए, छाले हो जाना, आपां कहने बड़ा औखा टाइम वेखिया जी, जख्म नहीं सी ठीक हुंदा। हुण साडे मुताबक वो औखी घड़ी है, तो गुरु अर्जन साहब कहते औखी घड़ी ना देखण दे। किसी पत्नी का सिर तो पति का साया उठ जाना औखी घड़ी है, किसी बच्चे के सिर तो बाप का साया उठ जाना, इस समाज लिए औखी घड़ी है, बड़ी औखी, बड़ा औखा टाइम आ गया जी। हुण गुरु अर्जन साहब कहते औखी घड़ी ना देखण दे, अपना बिरद संभाले। वो कहते औखी घड़ी वेखण नहीं दिंदा, अपने बिरद की संभाल करदा। तो फिर गुरु हरगोबिंद पातशाह के सीस तो पिता का साया उठिया है, माता गंगा जी उन्होंने सिर तो पति का साया उठिया है, शरीर तत्ती तवी ते पानी विच गुरु अर्जन साहब का उबालिया गया, तसीहे दिते गए हैं। फिर इसका मतलब ये तीन चीज़ां सामने आ गई। गुरु हरगोबिंद पातशाह के सिर के उत्तों पिता का साया उठना, माता गंगा जी के सिर तो पति का साया उठना, तो शरीर का छाले छाले होना। फिर इसका मतलब गुरु साहब कुछ होर गल कहना चाहते हैं। ये ठीक है, समाज मुताबक असीं औखी घड़ी मंनते हैं, पर पातशाह जी कहते इत्थे ते वो कहते औखी घड़ी वेखण नहीं दिंदा। तो इत्थे फिर ये औखी घड़ी जो समाज मुताबक है, फिर तो औखी घड़ी आई है पातशाह के जीवन ते। पर पातशाह कहते वास्तव च ये औखी घड़ी नहीं है। औखी घड़ी वो है जो मेरा सच नालों नाता टुट जाता है, मैनूं औगण दबा लेंदे ने। काश किते साडा समाज इहनूं औखी घड़ी मन के बहे। जे असीं इहनूं औखी घड़ी मनदे, फिर शायद ये मैं नहीं कहता एक पक्ष है, जिवें आपां माया दे अर्थ जदों करदे भी माया दा एक रूप पैसा भी आ, इदां औखी घड़ी दा एक रूप हो सकदा है, पर मुकम्मल तो नहीं हैगा। मुੱਢ ते कुछ होर सी, मुੱਢ सी जदों मेरा सच नालों नाता टुटदा है, दुख विछोड़ा जदों मेरा विछोड़ा पै जांदा वा, जदों मेरा सच नालों लिंक टुट जांदा ना, जदों मैं अपनी जिंदगी चों सच नूं भुला दिंदा, सब तो पहली ते वड्डी औखी घड़ी मेरे ते ये आउंदी है। दुख विछोड़ा, एक दुख भूख, फिर जदों विछोड़ा पवेगा फिर भुख तो होनी होनी है। वो भुख जिस्म की होवे, वो भुख तुहानूं माया की होवे, वो भुख तुहानूं चौधर की होवे, मान सन्मान की होवे, फिर अगे जिन्ना मर्जी लाई जाओ तुसीं। दुख विछोड़ा, एक दुख भूख, एक दुख सख्त वार जमदूत, एक दुख रोग लगे तन ताए वैद न पोलै दारू लाए। हुण इत्थे महाराज जिहड़ी गल करदे ने औखी घड़ी ना देखण देई, अपना बिरद संभाले, हाथ दे राखे अपने को सास सास प्रत पाले। वो हथ दे के रखदा, तो फिर इसदा मतलब जे परमेश्वर हथ दे के रखदा तो किसी पत्नी के सिर तो पति का साया उठना औखी घड़ी है, तो फिर इसदा मतलब इत्थे रब जी ने हथ दे के रखिया नहीं। माता जिस नौवें पातशाह दे आपां हुणे बचन पढ़े आ, माता गुजर कौर जी के सिर दे केस गाड़े ने जिदन गुरु तेग बहादुर साहब सच्चे पातशाह का सीस उन्होंने अपनी झोली विच पाया है। सोच के वेखो तुसीं, गुरु पातशाह जी दे आपां पहिलां बचन भी पढ़े सी ना, भी सुख में बहुत संगी पै, दुख में संग ना कोई। भी सुख विच बड़े संगी हुंदे ने, जदों दुख पैंदा उदों मेरे साथी कोई नहीं हुंदा। इन्हां शब्दां नूं समझण दी लोड़ है। तो बहुतियां साखीकारां ने यह बनाया भी अज मेरे ते नौवें पातशाह कहंदे मेरे ते दुख आया तो मेरा कोई साथी नहीं, सुख वेले किन्ने संगी सी मेरे नाल। हद हो गई। वो गुरु तेग बहादुर साहब सच्चे पातशाह तो पहलां भाई मती दास, भाई सती दास ते भाई दयाला जी तिन्हां नूं शहीद किया गया है। वो तो तिन्ने नाल ने। आजा पातशाह ही तेरे मोढे नाल मोढा जोड़ के इस समय दे विच नाल खलोते हैं।
ਤੇ ਭਾਈ ਜੀਵਨ ਸਿੰਘ ਵਰਗੇ, ਭਾਈ ਜੈਤਾ ਜੀ ਵਰਗੇ ਸੂਰਬੀਰ ਯੋਧੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਪਾਤਸ਼ਾਹ ਦਾ ਸੀਸ ਨੂੰ ਪੰਜਾਬ ਲੈ ਕੇ ਆਏ ਨੇ। ਨਾਲ ਕਿਉਂ ਨਹੀਂ ਖਲੋਤੇ ਬਈ, ਜੇ ਆਪਾਂ ਇਹਨੂੰ ਔਖੀ ਘੜੀ ਮੰਨੀਏ ਤੇ। ਮਾਤਾ ਗੁਜਰ ਕੌਰ ਦਾ ਆਪਣੇ ਝੋਲੀ ਵਿੱਚ ਗੁਰੂ ਪਾਤਸ਼ਾਹ ਦਾ ਸੀਸ ਪਾਉਣਾ, ਡਟ ਕੇ ਨਾਲ ਖਲੋਣਾ। ਨਹੀਂ ਤਾਂ ਜੇ ਉਹ ਨਾਲ ਖਲੋਤੇ ਨਾ ਹੁੰਦੇ ਤੇ ਫਿਰ ਇਹ ਕਿਉਂ ਕਹਿੰਦੇ ਕਿ ਜੇ ਇਸੇ ਲਾਈਨ ਤੇ ਤੁਰਿਆ ਮੇਰੇ ਪਤੀ ਨੇ ਸ਼ਹਾਦਤ ਦਾ ਜਾਮ ਪੀਤਾ, ਮੈਂ ਆਪਣੇ ਪੁੱਤਰ ਨੂੰ ਕਿਉਂ ਤੋਰਾਂ, ਮੈਂ ਆਪਣੇ ਪੋਤਰਿਆਂ ਨੂੰ ਕਿਉਂ ਤੋਰਾਂ। ਕਿੱਡਾ ਜਿਗਰਾ ਸੀ ਮਾਤਾ ਗੁਜਰ ਕੌਰ ਜੀ ਦਾ ਕਿ ਪਤੀ ਦਾ ਸੀਸ ਝੋਲੀ 'ਚ ਪਾਉਣ ਤੋਂ ਬਾਅਦ ਵੀ ਉਹ ਠੰਡੇ ਬੁਰਜ 'ਚੋਂ ਆਪਣੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਤੋਰ ਰਹੇ ਨੇ। ਇਸ ਤੋਂ ਵੱਡੀ ਮਿਸਾਲ ਦੁਨੀਆ ਤੇ ਮਿਲਦੀ ਹੈ ਕੋਈ? ਸਾਧ ਸੰਗਤ ਜੀ, ਦੁਨਿਆਵੀ ਤੌਰ ਤੇ ਬਾਪ ਆਰਮੀ ਦੇ ਵਿੱਚ ਪੂਰਾ ਹੋਇਆ ਹੋਵੇ ਤੇ ਮਾਂ ਆਪਣੇ ਪੁੱਤਰ ਨੂੰ ਉਸੇ ਨੌਕਰੀ ਤੇ ਭੇਜਣ ਲੱਗਿਆ 100 ਵਾਰ ਸੋਚਦੀ ਹੈ। ਮੈਂ ਨਹੀਂ ਕਹਿੰਦਾ ਸਾਰੀਆਂ ਮਾਵਾਂ ਇੱਕੋ ਜਿਹੀਆਂ ਨੇ, ਪਰ ਦਿਮਾਗ 'ਚ ਕੁਐਸਚਨ ਤੇ ਆਉਂਦਾ ਨਾ। ਮੈਂ ਆਪਣੇ ਸਾਰੀ ਜ਼ਿੰਦਗੀ ਆਪਣੇ ਪਤੀ ਤੋਂ ਬਿਨਾਂ ਕੱਢੀ ਹੈ, ਕੱਲ੍ਹ ਨੂੰ ਮੇਰੇ ਪੁੱਤਰ ਨੂੰ ਕੁਝ ਹੋ ਗਿਆ, ਮੇਰੀ ਨੂੰਹ 'ਤੇ ਸਮਾਂ ਨਾ ਆਵੇ। ਕਈ ਵਾਰੀ ਉਹ ਚੇਂਜ ਕਰ ਦਿੰਦੀ ਵੀ ਨਹੀਂ ਅਸੀਂ ਇਸ ਨੌਕਰੀ 'ਚ ਨਹੀਂ ਪੈਣਾ, ਹੋਰ ਕੋਈ ਕਾਰੋਬਾਰ ਕਰ ਲਓ। ਮੈਂ ਨਹੀਂ ਕਹਿੰਦਾ ਵੀ ਹਰ ਕਾਰੋਬਾਰ ਵਿੱਚ ਰਿਸਕ ਹੈ, ਟਰੱਕਾਂ 'ਚ ਰਿਸਕ ਨਹੀਂ, ਉੱਥੇ ਐਕਸੀਡੈਂਟ ਹੋ ਸਕਦਾ। ਪਰ ਮੈਂ ਗੱਲ ਐਗਜ਼ਾਮਪਲ ਦੇ ਰਿਹਾ ਕਿ ਕਿੱਡੀ ਵੱਡੀ ਗੱਲ ਹੈ ਜੇ ਆਪਾਂ ਇਹ ਮੰਨਾਂਗੇ ਵੀ ਦੁੱਖ ਮੈਂ ਸੰਗ ਨਾ ਕੋਈ, ਸੁੱਖ ਮੈਂ ਬਹੁਤ ਸੰਗੀ ਪਏ। ਵੀ ਸੁੱਖ ਵਿੱਚ ਸਾਡੇ ਸਾਥੀ ਸੀ ਤੇ ਅੱਜ ਦੁੱਖ ਪਿਆ ਤੇ ਮੇਰੇ ਨਾਲ ਕੋਈ ਨਹੀਂ ਖਲੋਤਾ, ਸਾਰੇ ਖਲੋਤੇ ਨੇ। ਤਿੰਨੇ ਉੱਥੇ ਕੋਈ ਸ਼ਬਦ ਆਇਆ ਵੀ ਕੋਈ ਵੀ ਨਹੀਂ ਖਲੋਤਾ। ਤੇ ਇਹਦੇ ਆਪਾਂ ਅਰਥ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਇਹਦਾ ਮੀਨਿੰਗ ਕੀ ਸੀ, ਇਹਦਾ ਮਤਲਬ ਕੀ ਸੀ। ਉਹਦਾ ਮਤਲਬ ਸੀ ਜਦੋਂ ਮੇਰਾ ਮਨ ਕਿਸੇ ਵਕਾਰ ਨੂੰ ਭੋਗਣ ਦੀ ਕੋਸ਼ਿਸ਼ ਕਰਦਾ, ਉਦੋਂ ਮੇਰੇ ਸਾਰੇ ਗਿਆਨ ਅੰਦਰੇ ਇਕੱਠੇ ਹੋ ਕੇ ਨਾਲ ਮਦਦ ਕਰਦੇ ਆ। ਸੁੱਖ ਮੈਂ ਬਹੁਤ ਸੰਗੀ ਪਏ, ਗੱਲ ਮਨ ਦੀ ਹੋ ਰਹੀ, ਤਨ ਦੀ ਨਹੀਂ ਪਿਆਰੇ ਹੋ ਰਹੀ। ਤਨ ਦੇ ਤਾਂ ਇੱਥੇ ਦੁੱਖ ਸੁੱਖ 'ਚ ਆਪਾਂ ਇੱਕ ਦੂਜੇ ਦੇ ਕੰਮ ਆਉਂਦੇ ਹਾਂ, ਮਦਦ ਕਰਦੇ ਹਾਂ ਇੱਕ ਦੂਜੇ ਦੀ। ਵਿਆਹਾਂ ਸ਼ਾਦੀਆਂ 'ਤੇ ਸਾਨੂੰ ਕਾਰਡ ਦੇ ਕੇ ਸੱਦਣਾ ਪੈਂਦਾ ਹੈ, ਬੁਲਾਉਣਾ ਪੈਂਦਾ, ਤੇ ਦੁੱਖ ਵੇਲੇ ਤਾਂ ਅਗਲੇ ਨਾਲ ਹੋ ਜਾਂਦੇ, ਬਿਨਾਂ ਸੱਦਿਆਂ ਵੀ ਆਉਂਦੇ ਨੇ। ਅੱਜ ਤੱਕ ਕਦੀ ਹੌਸਪੀਟਲ 'ਚ ਕਿਸੇ ਨੇ ਕਿਸੇ ਨੂੰ ਕਾਰਡ ਭੇਜਿਆ ਵੀ ਮੇਰਾ ਪਤਾ ਲੈਣਾ, ਅਗਲੇ ਆਪਣੇ ਆਪ ਆਉਂਦੇ ਕਿ ਤੇਰੇ 'ਤੇ ਬਿਪਤਾ ਨਹੀਂ ਪਈ, ਮੇਰੇ 'ਤੇ ਪਈ ਹੈ। ਤਾਂ ਇੱਥੇ ਜਿਹੜੀ ਗੱਲ ਹੋ ਰਹੀ ਹੈ, ਯਤਨ ਬਹੁਤ ਸੁੱਖ ਕੇ ਕੀਏ, ਯਤਨ ਬੜੇ ਸੁੱਖ ਦੇ ਕੀਤੇ। ਦੁੱਖ ਕੋ ਕੀਓ ਨਾ ਕਰ, ਦੁੱਖ ਲਈ ਤੇ ਯਤਨ ਇੱਕ ਵੀ ਨਹੀਂ ਕੀਤਾ। ਪਰ ਅਗਲੀ ਗੱਲ ਹੈ, ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੈ ਸੋ ਹੋਏ। ਹੋਣਾ ਉਹ ਆ ਜੋ ਦੀ ਰਜਾ ਵਾ। ਰਜਾ 'ਚ ਤੁਰਿਆ, ਜੋ ਤੂੰ ਕੀਤਾ ਉਹਦੇ ਮੁਤਾਬਕ ਨਤੀਜਾ ਨਿਕਲਣਾ। ਹੁਣ ਜਿਹਨੂੰ ਅਸੀਂ ਸੁੱਖ ਲਈ ਯਤਨ ਕਹਿੰਦੇ ਹਾਂ ਨਾ, ਵਾਸਤਵ ਵਿੱਚ ਉਹ ਸਾਡੇ ਮੁਤਾਬਕ ਸੁੱਖ ਹੁੰਦਾ। ਹੁਣ ਅਸੀਂ ਧੀ ਦਾ ਜਨਮ ਕਿਉਂ ਨਹੀਂ ਕੋਈ ਚਾਹੁੰਦਾ? ਜੇ ਸਾਨੂੰ ਸਾਰਿਆਂ ਨੂੰ ਇਹ ਸਮਝ ਲੱਗ ਜਾਏ ਵੀ ਧੀ ਦਾ ਜਨਮ ਵਿੱਚ ਵੀ ਸੁੱਖ ਵਾ, ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਕਹੇਗਾ ਵੀ ਮੇਰੇ ਘਰ ਪੁੱਤਰ ਪੈਦਾ ਹੋ, ਕਹੇਗਾ ਜੀ ਵੇਖੋ ਧੀ ਵੀ ਪੈਦਾ ਹੋ ਸਕਦੀ ਹੈ। ਇੱਥੇ ਦਿਮਾਗ 'ਚ ਸਾਡੇ ਇਹ ਗੱਲ ਪਾਤੀ ਵੀ ਪੁੱਤਰ ਸੁੱਖਾਂ ਦਾ ਜਿਹੜਾ ਵਾ ਉਹ ਮੇਨ ਕਾਰਨ ਆ। ਵੀ ਪੁੱਤ ਨੇ ਹੋਊਗਾ ਤਾਂ ਸੁੱਖ ਮਿਲਣੇ ਆ, ਪੁੱਤ ਨਾਲ ਮੇਰਾ ਨਾਂ ਜੁੜਿਆ ਵਾ, ਕਿਉਂਕਿ ਉਧਰ ਤੇ ਅੱਗੇ ਧੀ ਵਿਆਹ ਕੇ ਮੈਂ ਸਹੁਰੇ ਘਰ ਤੋਰ ਦੇਣੀ ਹੈ। ਫਿਰ ਉਹਦੇ ਗਾੜੀ ਜਿਹੜੇ ਬੱਚੇ ਹੋਣਗੇ, ਉਹ ਮੇਰਾ ਕਿਹਨੇ ਕਹਿਣਾ ਵੀ ਇਹ ਨਾਨਾ ਕੌਣ ਹੈ, ਨਾਨੀ ਕੌਣ। ਉੱਥੇ ਦਾਦਾ ਦਾਦੀ ਮਾਂ ਬਾਪ ਨਾਂ ਵਜਣੇ ਨੇ। ਇੱਥੇ ਲੋਕ ਤਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਹਿਣਾ ਪਿਆ ਸੀ ਵੀ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰੇ ਆਸਾ। ਜਿਵੇਂ ਇੱਕ ਔਰਤ ਆਪਣੇ ਗਰਭ ਦੀ ਪਾਲਣਾ ਕਰਦੀ ਆ, ਸੁੱਤ ਦੀ ਆਸ ਲਾ ਕੇ। ਆਸ ਕਿਉਂ ਲਾਈਏ? ਵੱਡਾ ਹੋਏ, ਉਹਨੇ ਵੱਡੇ ਹੋਣਾ, ਧਨ ਖਾਟਦੇ, ਉਹਨੇ ਧਨ ਕਮਾਉਣਾ ਵਾ, ਘਰ ਭੋਗ ਵਿਲਾਸਾ ਤੇ ਅਸੀਂ ਪਤਨੀ ਬੈਠ ਕੇ ਉਹ ਆਪਣੀ ਜ਼ਿੰਦਗੀ ਦੇ ਦਿਨ ਜਿਹੜੇ ਸੌਖੇ ਗੁਜ਼ਾਰਾਂਗੇ। ਪੁੱਤ ਸਾਡੀ ਮਤਲਬ ਜ਼ਿੰਦਗੀ ਦਾ ਆਸਰਾ ਬਣੂ, ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਹੈਲਪ ਕਰੇਗਾ। ਧੀ ਪ੍ਰਤੀ ਇਹ ਖਿਆਲ ਸਾਡੇ ਸਮਾਜ ਵਿੱਚ ਨਹੀਂ। ਇਹ ਦੁਨਿਆਵੀ ਐਗਜ਼ਾਮਪਲ ਹੈ। ਦੁਨਿਆਵੀ ਲੋਕ ਇੱਦਾਂ ਸੋਚਦੇ ਨੇ। ਹੁਣ ਯਤਨ ਕੀਤੇ ਅਸੀਂ ਸੁੱਖ ਲਈ, ਪੁੱਤਰ ਦੀ ਪ੍ਰਾਪਤੀ ਲਈ, ਤੇ ਕਈਆਂ ਦੇ ਦੁੱਖਾਂ ਦਾ ਕਾਰਨ ਹੀ ਮੁੜ ਕੇ ਪੁੱਤ ਬਣੇ। ਮੈਂ ਇਹ ਨਹੀਂ ਕਹਿੰਦਾ ਧੀਆਂ ਨਹੀਂ ਬਣਦੀਆਂ, ਕਈਆਂ ਥਾਵਾਂ 'ਤੇ ਧੀਆਂ ਵੀ ਤੁਹਾਡੇ ਦੁੱਖ ਦਾ ਕਾਰਨ ਬਣ ਸਕਦੀਆਂ ਨੇ। ਪਰ ਇੱਕ ਐਗਜ਼ਾਮਪਲ ਜਿਹੜੀ ਸਮਾਜ ਵਿੱਚ ਆਮ ਮੰਨੀ ਗਈ ਹੈ ਵੀ ਪੁੱਤ ਹੀ ਮਿੱਠਾ ਮੇਵਾ, ਧੀ ਨੂੰ ਤਾਂ ਮਿੱਠਾ ਮੇਵਾ ਕਹਿੰਦੇ ਕੋਈ ਨਹੀਂ। ਬਲਕਿ ਐਵਰੇਜ ਕੱਢੋਗੇ ਤੇ ਬਹੁਤਿਆਂ ਥਾਵਾਂ 'ਤੇ ਧੀਆਂ ਨੇ ਮਾਂ-ਬਾਪ ਸਾਂਭੇ ਨੇ। ਤੁਸੀਂ ਸਮਾਜ ਵਿੱਚ, ਮੈਂ ਤੇ ਫੋਰਨ ਕੰਟਰੀਆਂ 'ਚ ਵੇਖੇ ਨੇ ਜਿੱਥੇ ਧੀਆਂ ਨੇ ਆਪਣੇ ਮਾਂ-ਬਾਪ ਨੂੰ ਸਾਂਭਿਆ ਬਹੁਤ ਥਾਵਾਂ 'ਤੇ। ਮੈਂ ਹੁਣ ਇਹ ਵੀ ਨਾ ਕਹੋ ਵੀ ਪੁੱਤ, ਸਾਰੇ ਪੁੱਤ ਨਲਾਇਕ ਥੋੜ੍ਹਾ ਹੁੰਦੇ ਆ। ਬਹੁਤ ਪੁੱਤ ਹੈਗੇ ਜਿਹੜੇ ਮਾਂ-ਬਾਪ ਦੇ ਸਾਈਂ ਜੀਂਦੇ ਆ, ਜਿਹੜੇ ਖੁਸ਼ੀ ਮਹਿਸੂਸ ਕਰਦੇ ਆ, ਸਕੂਨ ਪ੍ਰਾਪਤ ਕਰਦੇ ਆ। ਵੱਡੇ ਹੋਟਲਾਂ ਰੈਸਟੋਰੈਂਟਾਂ 'ਚ ਖਾਣਾ ਖਾਣ ਤੋਂ ਬਾਅਦ ਵੀ ਉਹ ਕਹਿੰਦੇ ਜਦੋਂ ਮਾਂ ਦੇ ਕੋਲ ਆਣ ਕੇ ਬਹਿਦਾ ਨਾ, ਜੋ ਇੱਥੇ ਸਕੂਨ ਮਿਲਦਾ ਕਿਤੇ ਨਹੀਂ ਮਿਲਦਾ। ਹੈਗੇ ਨੇ ਸਾਰੇ ਥਾਂ 'ਤੇ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਜਿਹੜਾ ਸਾਡੇ ਦਿਮਾਗ 'ਤੇ ਕੀੜਾ ਬੈਠ ਗਿਆ ਵੀ ਸ਼ਾਇਦ ਮੈਂ ਆਹ ਥਾਂ ਛੱਡ ਕੇ ਵੇਖਾਂ ਉੱਥੇ ਸੁੱਖ ਮਿਲ ਜੂ, ਇਹ ਗੱਲ ਗਲਤ ਹੈ। ਤੁਹਾਨੂੰ ਹਰ ਥਾਂ 'ਤੇ ਦੁਖੀ ਬੰਦੇ ਮਿਲ ਜਾਣੇ ਨੇ। ਆਪਾਂ ਗੱਲ ਕਰਦੇ ਹਾਂ ਪੰਜਾਬ ਦੀ, ਵੀ ਪੰਜਾਬ 'ਚ ਇੱਥੇ ਕਾਰੋਬਾਰ ਹੈ ਨਹੀਂ, ਬਿਜ਼ਨਸ ਹੈ ਨਹੀਂ, ਇਸ ਕਰਕੇ ਲੋਕ ਦੁਖੀ ਆ। ਅਤੇ ਵਿਦੇਸ਼ਾਂ ਵਿੱਚ ਨਹੀਂ ਲੋਕ ਦੁਖੀ ਹੈਗੇ। ਤੁਸੀਂ ਮਾਰੋ ਆਪਣੇ ਸ਼ੁਗਰ ਦੇ ਧਿਆਨ,
ਇੱਥੇ ਤਾਂ ਆਪਾਂ ਉਲਾਮਾ ਦੇ ਦਿੰਦੇ, ਇੱਥੇ ਕਾਂਗਰਸ ਕਰਕੇ ਆ, ਅਕਾਲੀਆਂ ਕਰਕੇ ਆ, ਚਲੋ ਜੀ ਇੱਥੇ ਧੜੇਬਾਜ਼ੀਆਂ ਵਾ, ਸਿਆਸੀ ਲੋਕ ਵਾ, ਇਹਨਾਂ ਕਰਕੇ ਨਸ਼ੇ ਬਹੁਤ ਆ। ਹੁਣ ਵਿਦੇਸ਼ਾਂ ਜਿਹੜੇ ਬੰਦੇ ਨਸ਼ੇ ਵੇਚ ਕੇ ਜੇਲ੍ਹਾਂ 'ਚ ਪਹੁੰਚੇ, ਉੱਥੋਂ ਕਿਹੜੀ ਸਰਕਾਰ ਨੂੰ ਤੁਸੀਂ ਬਲੇਮ ਦਿਓਗੇ? ਉੱਥੇ ਤੇ ਕਾਂਗਰਸ ਅਕਾਲੀਆਂ ਦੀ ਗੱਲ ਤੁਸੀਂ ਕਹਿ ਨਹੀਂ ਸਕਦੇ, ਉੱਥੇ ਗੋਰਿਆਂ ਦੀ ਸਰਕਾਰ ਹੈ। ਉੱਥੇ ਤੁਹਾਡੇ ਪੁੱਤਾਂ ਨੂੰ ਨਸ਼ਾ ਕੌਣ ਲੱਗ ਗਿਆ? ਸਵਾਲ ਇਹ ਪੈਦਾ। ਉੱਥੇ ਤੁਹਾਨੂੰ ਨਸ਼ਾ ਵੇਚਣ ਲਈ ਕੌਣ ਕਹਿ ਰਿਹਾ ਭਲਾ? ਉੱਥੇ ਤੁਸੀਂ ਜੇਲ੍ਹ ਜਾਣਾ ਨਹੀਂ ਸੀ ਚਾਹੁੰਦੇ। ਉੱਥੇ ਵੀ ਹਸਬੈਂਡ ਵਾਈਫ ਦੋਨੋਂ ਨਸ਼ਿਆਂ ਦੀਆਂ ਤਸਕਰੀਆਂ ਕਰ ਰਹੇ ਨੇ, ਨਹੀਂ ਕਰ ਰਹੇ। ਤੁਸੀਂ ਆਪਣੇ ਚੁਗਰ ਦੇ ਧਿਆਨ ਮਾਰ ਕੇ ਵੇਖੋ। ਅਜੇ ਇੰਨੇ ਵਧੀਆ ਦੇਸ਼ਾਂ ਵਿੱਚ, ਇੰਨੀ ਵਧੀਆ ਕੰਟਰੀ ਵਿੱਚ ਬੈਠਿਆਂ ਵੀ ਜੇ ਅਸੀਂ ਗੰਦ ਪਾ ਰਹੇ ਹਾਂ, ਮਾਫ਼ ਕਰਨਾ ਇਹ ਲਫ਼ਜ਼ ਮੈਂ ਬੋਲ ਰਿਹਾ ਵਾਂ, ਤੇ ਫਿਰ ਤੁਸੀਂ ਉਮੀਦ ਕਿੱਥੋਂ ਲਾਓਗੇ? ਫਿਰ ਤੁਸੀਂ ਵੀ ਸਮਾਜ ਕਿੱਥੋਂ ਸੁਧਰ ਸਕਦਾ? ਇਹਦਾ ਮਤਲਬ ਕੀੜਾ ਸਾਡੇ ਦਿਮਾਗ 'ਚ ਹੈ, ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਸ਼ਾਰਟਕੱਟ ਇੱਧਰ ਉੱਧਰ ਹੱਥ ਮਾਰ ਕੇ ਸ਼ਾਇਦ ਛੇਤੀ ਅੱਗੇ ਲੰਘ ਜਾਈਏ। ਕਰਦੇ ਸਾਰੇ ਸੁੱਖ ਲਈ ਆ, ਜਿੰਨੇ ਵੀ ਅਸੀਂ ਯਤਨ ਕਰਦੇ ਹਾਂ। ਪਾਤਸ਼ਾਹ ਜੀ ਨੇ ਬੜੀ ਪਿਆਰੀ ਗੱਲ ਕੀ ਹੈ, ਭਗਤ ਕਬੀਰ ਜੀ ਦੇ ਬਚਨ ਪੜ੍ਹਦੇ ਹਾਂ ਆਪਾਂ, ਕਹਿੰਦੇ ਸੁੱਖ ਮੰਗਤ ਦੁੱਖ ਅੱਗੇ ਆਵੇ। ਜਦੋਂ ਆਪਾਂ ਸੁੱਖ ਮੰਗਦੇ ਹਾਂ ਨਾ, ਤਾਂ ਸੁੱਖ ਨਾਲੋਂ ਪਹਿਲਾਂ ਦੁੱਖ ਅੱਗੇ ਆ ਜਾਂਦਾ। ਸੋ ਸੁੱਖ ਹਮੂ ਨਾ ਮੰਗਿਆ ਭਾਵੇਂ, ਉਹ ਸੁੱਖ ਸਾਨੂੰ ਚੰਗਾ ਨਹੀਂ ਲੱਗਦਾ ਵੀ ਮੰਗੀਏ ਸੁੱਖ ਤੇ ਮਿਲੇ ਦੁੱਖ। ਪਰ ਵਾਸਤਵ ਵਿੱਚ ਹੁੰਦਾ ਕੀ ਆ? ਅਸੀਂ ਜਿੰਨੇ ਵੀ ਚੀਜ਼ਾਂ ਮੰਗਦੇ ਹਾਂ, ਹੁਣ ਤੁਸੀਂ ਵੇਖੋ, ਤੁਸੀਂ ਕਾਰ ਲੈ ਕੇ ਆਉਂਦੇ ਹੋ, ਧਿਆਨ ਨਾਲ ਸੁਣਿਓ। ਹੁਣ ਕਾਰ ਲੈ ਕੇ ਆਂਦੀ, ਜਦੋਂ ਕਾਰ ਲੈ ਕੇ ਆਂਦੀ ਲੱਡੂ ਵੰਡੇ ਸੀ ਨਾ, ਗੱਡੀ ਨਵੀਂ ਲੈ ਕੇ ਆਏ, ਲੱਡੂ ਵੰਡੇ, ਵਧਾਈਆਂ ਦਿੱਤੀਆਂ, ਵਧਾਈ ਹੋਵੇ। ਉਸੇ ਕਾਰ ਦੇ ਵਿੱਚ ਚਲਾਉਣ ਵਾਲਾ ਬੰਦਾ ਨਸ਼ਾ ਪੀਂਦਾ ਹੈ, ਘਟਨਾ ਵਾਪਰ ਜਾਂਦੀ ਹੈ, ਐਕਸੀਡੈਂਟ ਹੋ ਜਾਂਦਾ, ਪਰਿਵਾਰ ਦਾ ਕੋਈ ਜੀ ਚਲਾ ਜਾਂਦਾ। ਹੁਣ ਕੀ ਆਂਦੇ ਜੀ ਤੁਸੀਂ? ਇਹ ਕਾਰ ਕਲੈਣੀ ਆ, ਇਹਨੇ ਸਾਡਾ ਜੀ ਖਾ ਲਿਆ ਕੋਈ, ਮੇਰਾ ਤਾਂ ਵੇਖਣ ਨੂੰ ਜੀ ਨਹੀਂ ਕਰਦਾ ਇਸ ਕਾਰ ਵੱਲ ਨੂੰ। ਹੁਣ ਧਿਆਨ ਨਾਲ ਸੁਣਿਓ, ਲਿਆਂਦਾ ਸੁੱਖ ਲਈ ਸੀ ਨਾ, ਯਤਨ ਤਾਂ ਸੁੱਖ ਲਈ ਕੀਤਾ ਸੀ ਨਾ ਵੀ ਘਰੋਂ ਗੱਡੀ ਸਟਾਰਟ ਕਰਿਆ ਕਰਾਂਗੇ, 4 ਜੀ ਬਹਿ ਕੇ ਤੇ ਰਿਸ਼ਤੇਦਾਰ ਘੋ ਕੇ ਆਇਆ ਕਰਾਂਗੇ। ਪਿਆਰਿਓ, ਇੱਕ ਗੱਲ ਦਾ ਧਿਆਨ ਰੱਖਣਾ ਵੀ ਪਦਾਰਥਾਂ 'ਚ ਸੁੱਖ ਨਹੀਂ ਹੈਗਾ, ਸੁੱਖ ਸਮਝਣ 'ਚ। ਮੈਂ ਕਈ ਵਾਰ ਇਹ ਐਗਜ਼ਾਮਪਲ ਦਿੱਤੀ ਹੈ ਸਟੇਜ ਦੇ ਉੱਤੇ ਕਿ ਅੱਜ ਤੁਸੀਂ ਵਿਦੇਸ਼ਾਂ ਵਿੱਚ ਚਲੇ ਜਾਓ, ਵਿਦੇਸ਼ਾਂ ਵਿੱਚ ਵੀ ਨਾ ਗੋਰੇ ਜਿਹੜੇ ਡਰਿੰਕ ਕਰਦੇ ਆ, ਨਸ਼ਾ ਪੀਂਦੇ ਆ, ਜੇ ਉਹਨਾਂ ਦੀ ਖੁਰਾਕ ਹੀ ਆ ਇਹ, ਮੈਨੂੰ ਲੱਗਦਾ ਬਹੁਤ ਘੱਟ ਐਵਰੇਜ ਹੋਊਗੀ ਜਿਹੜਾ ਗੋਰਾ ਡਰਿੰਕ ਨਹੀਂ ਕਰਦਾ ਹੋਊਗਾ, ਬਹੁਤ ਘੱਟ। ਪਰ ਕਮਾਲ ਦੀ ਗੱਲ ਤੁਸੀਂ ਵੇਖੋ, ਉਹ ਵੀ ਜਦੋਂ ਫਰਾਈਡੇ, ਸੈਚਰਡੇ, ਸੰਡੇ 3 ਦਿਨ ਟੈਕਸੀ ਦਾ ਕੰਮ ਸਭ ਤੋਂ ਵੱਧ ਆ ਵਿਦੇਸ਼ਾਂ 'ਚ। ਉਹ ਜਦੋਂ ਉਹਨਾਂ ਬਾਹਰ ਜਾਣਾ ਤਾਂ ਉਹਨਾਂ ਨੇ ਟੈਕਸੀ ਕਰਨੀ ਆ, ਟੈਕਸੀ ਨੂੰ ਉਹਨਾਂ ਨੇ ਮਤਲਬ ਕਾਲ ਕਰਨੀ ਆ, ਉਹ ਡਰਾਈਵਰ ਆਉਂਦਾ, ਗੱਡੀ 'ਚ ਬਹਿੰਦੇ ਆ, ਹਸਬੈਂਡ ਵਾਈਫ ਜੋ ਵੀ ਉਹ ਜਾਂਦੇ ਆ ਆਪਣੇ ਪੱਬ ਕਲੱਬ, ਉੱਥੋਂ ਵਾਪਸ ਆਉਂਦੇ ਆ। ਉਹਨਾਂ ਨੂੰ ਪਤਾ ਵੀ ਨਸ਼ਾ ਉਹਨਾਂ ਦੀ ਇੰਝ ਕਹਿ ਲਓ ਵੀ ਜ਼ਿੰਦਗੀ ਦਾ ਇੱਕ ਅੰਗ ਬਣ ਗਿਆ, ਪਰ ਉਹ ਵੀ ਨਸ਼ਾ ਪੀ ਕੇ ਕਾਰ ਡਰਾਈਵ ਨਹੀਂ ਕਰਦੇ। ਬਿਲਕੁਲ ਪਤਾ ਵਾ ਵੀ ਇਹ ਐਕਸੀਡੈਂਟ ਦੇ ਚਾਂਸ ਵੱਧ ਸਕਦੇ ਆ। ਹੁਣ ਮਾਰਿਓ ਧਿਆਨ ਇੱਥੇ ਜਦੋਂ ਆਪਾਂ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰਦੇ ਹਾਂ, ਕੋਈ ਫੰਕਸ਼ਨ ਕਰਦੇ ਹਾਂ ਪੈਲਸਾਂ ਦੇ ਵਿੱਚ, ਸ਼ਰੇਆਮ ਉੱਥੇ ਨਸ਼ਾ ਪਿਆਇਆ ਜਾਂਦਾ, ਸ਼ਰੇਆਮ। ਅਤੇ ਮੈਨੂੰ ਲੱਗਦਾ ਕੋਈ ਟਾਵਾਂ ਹੀ ਆ ਜਿਹੜਾ ਡਰਾਈਵਰ ਕਰਕੇ ਆਇਆ ਨਾਲ। ਸਾਰੇ ਜਾਣੇ ਉੱਥੇ ਆਪੋ ਆਪਣੀਆਂ ਗੱਡੀਆਂ 'ਤੇ ਆਏ ਆ। ਜੇ ਕੋਈ ਟੈਕਸੀ 'ਚ ਵੀ ਆਇਆ, ਜਿਹੜੇ ਟੈਕਸੀਆਂ ਕਰਾ ਕੇ ਲਿਆਏ ਆ, ਉੱਥੇ ਡਰਾਈਵਰ ਵੀ ਪੀ ਜਾਂਦੇ ਆ। ਜਿਹੜੇ ਬੰਦੇ ਨੇ ਆਪਣੇ ਪੁੱਤਰ ਧੀ ਦਾ ਵਿਆਹ ਕੀਤਾ, ਉਹਦੇ ਜਵਾਈ ਭਾਈ ਵੀ ਸਾਰੇ ਉੱਥੇ ਆਏ, ਉਹ ਵੀ ਨਸ਼ਾ ਪੀ ਜਾਂਦੇ ਆ। ਇੱਕ ਵਾਰ ਦਿਮਾਗ ਨਾਲ ਹੀ ਸੋਚਿਆ, ਬ੍ਰੇਨ ਦੇ ਉੱਤੇ ਅਸੀਂ ਮਾੜਾ ਮੋੜ ਜ਼ੋਰ ਪਾਇਆ ਵੀ ਸ਼ਾਮਾਂ ਨੂੰ ਕਾਰਾਂ ਚਲਾ ਕੇ ਕਿਹਨੇ ਖੜਨੀਆਂ? ਕਾਹਦੀ ਖੁਸ਼ੀ ਹੈ ਜੀ? ਕਿੰਨੀਆਂ ਥਾਵਾਂ 'ਤੇ ਫਿਰ ਇੱਦਾਂ ਹਾਈਡਿੰਗ ਆਉਂਦੀ ਆ। ਅੱਜ ਇਹਨਾਂ ਦੀ ਖੁਸ਼ੀ ਰੰਗ 'ਚ ਭੰਗ ਪੈ ਗਿਆ, ਲੋੜਾ ਵੱਜ ਗਿਆ, ਕਹਿਰ ਵੱਜ। ਇਹ ਹੋਇਆ ਕਿੱਥੋਂ? ਸਵਾਲ ਇਹ ਪੈਦਾ ਹੁੰਦਾ। ਅਸੀਂ ਸੁਧਰਨ ਨੂੰ ਤਿਆਰ ਨਹੀਂ, ਅਸੀਂ ਆਪਣੀਆਂ ਗਲਤੀਆਂ ਨੂੰ ਮੰਨ ਕੇ ਉਹ ਤੋਂ ਅੱਗੇ ਤੋਂ ਕੁਝ ਸਿੱਖਣ ਨੂੰ ਤਿਆਰ ਨਹੀਂ ਵੀ ਇੱਥੇ ਆਹ ਘਟਨਾ ਵਾਪਰੀ, ਅਸੀਂ ਇਹ ਤੋਂ ਅੱਗੇ ਬਾਅਦ ਨਹੀਂ ਕਰਨਾ। ਕੀ ਸਾਡੇ ਪਿੰਡ, ਸਾਡੇ ਇਲਾਕੇ 'ਚ ਕੋਈ ਘਟਨਾ ਵਾਪਰਦੀ ਉਸ ਤੋਂ ਬਾਅਦ ਆਪਾਂ ਪ੍ਰਣ ਕਰਦੇ ਹਾਂ? ਨਾ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਜਿੰਨੇ ਵੀ ਤੂੰ ਯਤਨ ਕਰਦਾ ਸੁੱਖ ਲਈ ਕਰਦਾ, ਦੁੱਖ ਲਈ ਤੇ ਇੱਕ ਵੀ ਯਤਨ ਨਹੀਂ ਕੀਤਾ। ਹੁਣ ਦੁੱਖ ਆਏ ਕਿੱਥੋਂ? ਦੁੱਖ ਆਏ ਆ ਤੇਰੇ ਪੁੱਠਿਆਂ ਕੰਮਾਂ ਵਿੱਚੋਂ, ਕਿਉਂਕਿ ਤੇਰਾ ਟਾਰਗੇਟ ਸੁੱਖ ਸੀ ਨਾ। ਹੁਣ ਯਤਨ ਬਹੁਤ ਸੋਚ ਕੇ ਕੀ? ਵਕਾਰੀ ਬੰਦਾ ਜਦੋਂ ਵਕਾਰ ਭੋਗਦਾ, ਸੁੱਖ ਲਈ ਭੋਗਦਾ। ਉਹ ਤੋਂ ਏਡਜ਼ ਵਰਗੀ ਜਿਹੜੀ ਬਿਮਾਰੀ ਆਉਂਦੀ, ਨਿਕਲਿਆ ਨਾ ਦੁੱਖ। ਕੀਤਾ ਤਾਂ ਸੁੱਖ ਲਈ ਸੀ। ਰਿਸ਼ਵਤ ਬੰਦਾ ਲੈਂਦਾ ਹੈ, 70-80 ਹਜ਼ਾਰ ਰੁਪਏ ਉਹਦੀ ਸੈਲਰੀ ਹੈ, ਸਰਕਾਰੀ ਬਹੁਤ ਵਧੀਆ ਜੋਬ ਹੈ ਉਹਦੀ, 60-70 ਹਜ਼ਾਰ ਰੁਪਇਆ ਸੈਲਰੀ ਲੈ ਰਿਹਾ ਉਹ, ਪਰ 5-7 ਹਜ਼ਾਰ ਰੁਪਇਆ ਰਿਸ਼ਵਤ ਲੈਂਦਾ, ਫੜਿਆ ਜਾਂਦਾ ਨਾ। ਸੁੱਖ ਲਈ ਕੀਤਾ ਵੀ ਅੱਜ ਬੱਚਿਆਂ ਲਈ ਖੁਸ਼ੀ ਮਨਾਵਾਂਗਾ, ਇੰਨੇ ਪੈਸੇ ਮੈਨੂੰ ਚਾਹੀਦੇ ਆ, ਮੈਂ ਬੱਚੇ ਦੀ ਐਡਮਿਸ਼ਨ ਕਰਾਉਣੀ ਆ ਅਤੇ ਮੈਨੂੰ ਇੰਨੀ ਰਿਸ਼ਵਤ ਮਿਲ ਜੇ, ਵਧੀਆ ਗੱਲ। ਹੁਣ ਤੂੰ ਆਪਣੇ ਬੱਚੇ ਦੀ ਐਡਮਿਸ਼ਨ ਕਰਾਉਣ ਲਈ ਉਹਦੇ ਕੋਲ ਰਿਸ਼ਵਤ ਲੈ ਰਿਹਾ, ਪਤਾ ਨਹੀਂ ਕਿੰਨੇ % ਵਿਆਜੀ ਪੈਸੇ ਚੱਕੂ ਵਿਚਾਰਾ। ਕੰਮ ਕਰਾਉਣ ਲਈ, ਕੰਮ ਵੀ ਉਹਦਾ ਸਹੀ ਆ, ਕੋਈ ਗੈਰ ਕਾਨੂੰਨੀ ਕੰਮ ਨਹੀਂ ਹੈਗਾ। ਕੰਮ ਵੀ ਕਾਨੂੰਨੀ ਮੁਤਾਬਕ ਤੈਨੂੰ ਕਰਨਾ ਚਾਹੀਦਾ, ਕਿਉਂਕਿ ਤੂੰ ਦਫ਼ਤਰ 'ਚ ਬੈਠਾ ਹੈ।
ਪਰ ਤੂੰ ਉਹਦੇ ਕੋਲ ਰਿਸ਼ਵਤ ਲੈਣਾ, ਅਗਲੇ ਨੇ 4-5% ਵਿਆਜੀ ਪੈਸੇ ਚੱਕੇ ਹੋਣੇ ਨੇ, ਤੇ ਉਹ ਪੈਸੇ ਚੱਕ ਕੇ ਤੂੰ ਲੈ ਜਾਣੇ ਘਰ। ਜੋ ਵੀ ਤੂੰ ਕਰੇਂਗਾ, ਹੁਣ ਜਦੋਂ ਤੂੰ ਐਡਮਿਸ਼ਨ ਆਪਣੇ ਬੱਚੇ ਦੀ ਭਰੇਂਗਾ ਅੱਗੇ ਜਾ ਕੇ ਰਿਸ਼ਵਤ ਦੇ ਪੈਸਿਆਂ ਨਾਲ, ਤੈਨੂੰ ਲੱਗਦਾ ਤੇਰਾ ਬੱਚਾ ਪੜ੍ਹ ਪਾਏਗਾ? ਇਮਾਨਦਾਰ ਨਾਲ ਸੋਚ ਕੇ ਵੇਖੀ, ਤੈਨੂੰ ਲੱਗਦਾ? ਜਾਂ ਤੂੰ ਨਹੀਂ ਤੇ ਕਹੇਂਗਾ ਮੇਰੇ ਬੱਚੇ ਪਾਰਟੀ, ਇੱਧਰੋਂ ਆਏ ਪੈਸੇ ਤੇ ਬੱਚੇ ਵੱਡੇ ਵੱਡੇ ਅਫਸਰਾਂ ਦੇ ਬੱਚੇ ਕਿੱਦਾਂ ਜਾ ਕੇ ਕਲੱਬਾਂ ਪੱਬਾਂ 'ਚ ਪੈਸੇ ਡਾਉਂਦੇ, ਕਦੀ ਅੰਦਾਜ਼ਾ ਲਾ ਕੇ ਵੇਖੋ ਤੁਸੀਂ, ਆਏ ਕਿੱਥੋਂ ਭਲਾ? ਦਸਾਂ ਨਾਵਾਂ ਦੀ ਕਿਰਤ ਕਮਾਈ ਹੈ। ਯਤਨ ਸੁਖ ਲਈ ਕੀਤੇ ਨਾ, ਉਹ ਚੋਂ ਨਿਕਲਿਆ ਨਾ ਦੁੱਖ ਮੁਕੇ ਤਾਂ ਸਿਰ ਮਾਰ ਦੇ ਕੰਧਾਂ ਨੂੰ, ਹਾਏ ਆਹ ਕੀ ਹੋ ਗਿਆ ਜੀ ਸਾਡੇ ਨਾਲ, ਇੱਦਾਂ ਹੋਣਾ ਸੀ ਭਾਈ, ਜੋ ਬੀਜਿਆ ਵੱਢਣਾ ਪੈਣਾ ਤੁਹਾਨੂੰ। ਯਤਨ ਸੁਖ ਲਈ ਕੀਤੇ ਨੇ, ਪਰ ਉਹਦੇ ਵਿੱਚੋਂ ਦੁੱਖ ਕਿੱਥੋਂ ਆਇਆ? ਦੁੱਖ ਆਇਆ ਤੁਹਾਡਿਆਂ ਪੁੱਠਿਆਂ ਕੰਮਾਂ 'ਚੋਂ। ਯਤਨ ਬਹੁਤ ਸੁੱਖ ਕੇ ਕੀਏ। ਹੁਣ ਵਕਾਰੀ ਵਕਾਰ ਪਾਉਂਦਾ, ਜੁਆਰੀਆ ਜੂਆ ਖੇਡਣ ਜਾਂਦਾ, ਸੱਟਾ ਲਾਉਂਦਾ, 10,000 20,000 25,000 ਮਤਲਬ 50 ਲਾਇਆ ਤੇ 1.5 ਲੱਖ ਕਮਾ ਲਿਆ। ਤਾਂਹੀਓ ਸਿਆਣੇ ਆਂਦੇ ਨੇ ਜੂਏ ਦੇ ਪੈਸੇ ਦੀ ਖੁਸ਼ੀ ਕਾਹਦੀ ਭਲਾ? ਕਿਉਂਕਿ ਕੱਲ੍ਹ ਉਹਨੇ ਫੇਰ ਖੇਡਣ ਜਾਣਾ, ਜੇ ਅੱਜ 1.5 ਜਿੱਤ ਗਿਆ ਤੇ ਕੱਲ੍ਹ ਨੂੰ 3 ਹਾਰ ਵੀ ਸਕਦਾ, 1.5 ਹੋਰ ਵੀ ਨਾਲ ਖੜਨਾ ਉਹਨੇ ਨਾਲ। ਨਿੱਕੀ ਨਿੱਕੀ ਕਿੰਨੀ ਦਾ ਜਿਹੜਾ ਮੀਂਹ ਪੈਂਦਾ ਨਾ, ਵੇਖਾ ਐ ਜ਼ਮੀਨ ਦੇ ਵਿੱਚ ਧੱਸਦਾ ਜਾਂਦਾ। ਕਈ ਵਾਰੀ ਮੋਹਲੇ ਭਰ ਮੀਂਹ ਪਵੇ ਨਾ, ਜਿਹੜੀ ਪਹਿਲੀ ਜ਼ਮੀਨ ਦੇ ਵਿੱਚ ਪਾਣੀ ਖਲੋਤਾ ਹੁੰਦਾ ਉਹਨੂੰ ਵੀ ਨਾਲ ਲੈ ਜਾਂਦਾ, ਜਿਹੜੀ ਖਾਦ ਖੂਦ ਪਹਿਲਾਂ ਖੁਰਾਕ ਪਈ ਹੁੰਦੀ ਨਾ ਫਸਲ ਦੀ, ਉਹ ਵੀ ਨਾਲ ਲੈ ਜਾਂਦਾ। ਜਿਹੜਾ ਤੁਹਾਡਾ ਸਟੈਪ ਬਾਈ ਸਟੈਪ ਥੋੜ੍ਹੀ ਤੁਹਾਡੀ ਨੇਕ ਕਮਾਈ, ਪੁਰਾਣੇ ਬਜ਼ੁਰਗ ਨਹੀਂ ਤੁਸੀਂ ਵੇਖੋ ਬੜੇ ਸੰਜਮ ਨਾਲ ਵਰਤਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਬੜੀ ਮਿਹਨਤ ਨਾਲ ਇੱਥੇ ਪਹੁੰਚੇ ਹਾਂ। ਸਾਡੀ ਅਗਲੀ ਪੀੜ੍ਹੀ ਤੁਸੀਂ ਵੇਖੋ ਕਿੱਦਾਂ ਉਹ ਤੇ ਇੱਕ ਦਿਨ ਸਾਡਾ ਇੱਕ ਵੀਰ, ਅਸੀਂ ਕਾਨਪੁਰ ਗਏ, ਉੱਥੇ ਸਾਨੂੰ ਉਹਨਾਂ ਦਾ ਮੋਬਾਈਲ ਦਾ ਕਾਰੋਬਾਰ ਸੀ, ਉਹ ਦੱਸੇ, ਕਹਿੰਦਾ ਇੱਥੇ ਅੱਜ ਇਹ ਦੌੜ ਨਹੀਂ ਕਿ ਮੈਨੂੰ ਮੋਬਾਈਲ ਵਰਤੋਂ ਲਈ ਚਾਹੀਦਾ, ਕਹਿੰਦਾ ਉਹ ਆਣ ਕੇ ਪੁੱਛਦੇ ਵੀ ਐਪਲ ਦਾ ਕਿਹੜਾ ਆਇਆ ਹੁਣ ਮਾਡਲ, ਭਾਵੇਂ ਇਹਦਾ 15 ਦਿਨ ਪਹਿਲਾਂ ਹੀ ਖਰੀਦਿਆ ਹੋਵੇ, ਉਹ ਕਹਿੰਦਾ ਜੀ ਇਹ ਲੈ ਜਾਓ 2-3 ਹਜ਼ਾਰ ਰੁਪਇਆ ਐਕਸਟਰਾ ਲੈ ਲਓ, ਬਲੈਕ 'ਚ ਮੈਨੂੰ ਦੇ ਦਿਓ, ਪਰ ਮੈਨੂੰ ਚਾਹੀਦਾ। ਭਲਾ ਕਾਹਦੇ ਲਈ? ਮੈਂ ਆਪਣੇ ਯਾਰਾਂ ਦੋਸਤਾਂ ਨੂੰ ਦੱਸਾਂ ਵੀ ਸਭ ਤੋਂ ਪਹਿਲਾ ਐਪਲ ਦਾ ਫੋਨ ਮੇਰੇ ਕੋਲ ਆਇਆ। ਇਹ ਜਿਹੜੇ ਬੱਚਿਆਂ ਦੀ ਦੌੜ ਇਹਦੇ ਵਿੱਚ ਪੈ ਗਈ ਹੈ, ਸੋਚ ਕੇ ਵੇਖਿਓ ਭਲਾ, ਅੱਜ ਦੌੜ 'ਚ ਪੈ ਗਿਆ ਨਾ। ਹੁਣ ਇੱਕ ਬੱਚੇ ਉਹ ਕਹਿੰਦਾ ਆਪਾਂ ਨੂੰ, ਤੇ ਇਹੋ ਜਿਹੇ ਵੀ ਬੱਚੇ ਹੈਗੇ ਸਮਾਜ 'ਚ ਜਿਹਨਾਂ ਨੂੰ ਮਾਂ ਬਾਪ ਧੱਕੇ ਨਾਲ ਮੋਬਾਈਲ ਲੈ ਕੇ ਦਿੰਦੇ, ਉਹ ਕਹਿੰਦੇ ਨਹੀਂ ਡੈਡੀ ਮੇਰਾ ਇੰਨਾ ਸਰ ਜਾਣਾ, ਜਾਂ ਹੈਗੇ ਨੇ ਉਹ ਕਹਿੰਦੇ ਠੀਕ ਆ ਸਿੰਪਲ ਵਧੀਆ, ਮੈਂ ਐਡਾ ਕੀ ਕਰਨਾ ਮਹਿੰਗਾ। ਤੇ ਇਹੋ ਜਿਹੇ ਬੱਚੇ ਫਿਰ ਤਰੱਕੀਆਂ ਵੀ ਕਰਦੇ ਆ, ਉਹ ਫਿਰ ਅੱਗੇ ਪਹੁੰਚਦੇ ਆ। ਫਿਰ ਉਹ ਮਾਫ਼ ਕਰਨਾ, ਉਹਨਾਂ ਨੂੰ ਫਿਰ ਮਹਿੰਗੀਆਂ ਚੀਜ਼ਾਂ ਨਾਲ ਨਹੀਂ ਮਹਿੰਗੇ ਬਣਦੇ, ਵਾਸਤਵ 'ਚ ਉਹ ਆਪ ਇੰਨੇ ਮਹਿੰਗੇ ਹੁੰਦੇ, ਜਿਹੜੀ ਚੀਜ਼ ਨੂੰ ਹੱਥ ਲਾਉਣ ਉਹ ਮਹਿੰਗੀ ਆਪਣੇ ਆਪ ਬਣ ਜਾਂਦੀ ਹੈ। ਧਿਆਨ ਨਾਲ ਸੁਣਿਓ ਹੁਣ ਗੱਲ ਨੂੰ, ਮੈਂ ਕਈ ਵਾਰ ਸੋਚਿਆ ਸਸਤੇ ਬੰਦੇ ਨੂੰ ਨਾ ਮਹਿੰਗੀਆਂ ਚੀਜ਼ਾਂ ਕੋਲ ਰੱਖ ਕੇ ਤੇ ਆਪਣੇ ਆਪ ਨੂੰ ਮਹਿੰਗਾ ਹੋਣ ਦਾ ਭਰਮ ਪਾਲਣਾ ਪੈਂਦਾ। ਤੁਸੀਂ ਆਪਣੇ ਆਪ ਨੂੰ ਇੰਨੇ ਮਹਿੰਗੇ ਕਰ ਲਓ, ਤੁਸੀਂ ਸਧਾਰਨ ਜੀ ਸਿੰਪਲ ਚੀਜ਼ ਨੂੰ ਵੀ ਹੱਥ ਲਾਓ ਨਾ, ਉਹ ਆਪਣੇ ਆਪ 'ਚ ਮਹਿੰਗੀ ਲੱਗੇ। ਪਿੱਛੇ ਜੇ ਇੱਕ ਖਿਡਾਰੀ ਸੀ ਨਾ ਜਿਹਨੇ ਕੋਕ ਦੀ ਬੋਤਲ ਨੂੰ ਹੱਥ ਪਰਾਂ ਕਰਕੇ ਨਾਲ ਪਾਣੀ ਫੜ ਲਿਆ, ਉਹ ਆਪ ਇੰਨਾ ਮਹਿੰਗਾ ਸੀ, ਉਹਨੇ ਪਾਣੀ ਦੀ ਕੀਮਤ ਵਧਾ ਦਿੱਤੀ, ਨਾਲ ਹੀ ਕੋਕ ਦਿਨਾਂ 'ਚ ਉਹਨੇ ਮਤਲਬ ਕੁਝ ਘੰਟਿਆਂ 'ਚ ਉਹਨੇ ਕੋਕ ਨੂੰ ਥੱਲੇ ਸੁੱਟਤਾ ਇੱਦਾਂ, ਕਿਉਂਕਿ ਉਹ ਆਪ ਮਹਿੰਗਾ ਸੀ ਨਾ। ਅਤੇ ਇੱਥੇ ਕਈ ਵਾਰੀ ਨਕਲੀ ਜਿਹੇ ਬੰਦੇ ਕੋਕ ਦੀਆਂ ਮਸ਼ਹੂਰੀਆਂ ਦਿੰਦੇ ਫਿਰਦੇ ਨੇ, ਮਤਲਬ ਉਹ ਖਿਡਾਰੀ ਦੱਸ ਰਿਹਾ ਸੀ, ਉਹ ਦੱਸਣਾ ਚਾਹੁੰਦਾ ਸੀ ਵੀ ਪਾਣੀ ਅੰਮ੍ਰਿਤ ਹੈ, ਇਹ ਤੋਂ ਉੱਤੇ ਕੁਝ ਨਹੀਂ ਹੈਗਾ। ਵੀ ਇਹ ਆਪਣੇ ਆਪ ਨੂੰ ਤੁਸੀਂ ਇੱਦਾਂ ਮਹਿੰਗੇ ਕਰ ਲਓ ਕਿ ਸਧਾਰਨ ਚੀਜ਼ ਵੀ ਜਿਹਨੂੰ ਤੁਸੀਂ ਹੱਥ ਲਾਓ ਅਤੇ ਉਹ ਮਹਿੰਗੀ ਆਪਣੇ ਆਪ 'ਚ ਲੱਗੇ। ਤਾਂ ਗੁਰੂ ਪਾਤਸ਼ਾਹ ਜੀ ਨੇ ਬਹੁਤ ਪਿਆਰੀਆਂ ਐਗਜ਼ੈਂਪਲਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਅਜੋਕੀ ਪੀੜ੍ਹੀ ਨੂੰ ਕੋਸ਼ਿਸ਼ ਕਰੋ ਆਪਣੇ ਪਰਿਵਾਰਾਂ 'ਚ ਉਹਨਾਂ ਨੂੰ ਸੰਸਕਾਰ ਦੇਣ ਦੀ ਕੋਸ਼ਿਸ਼ ਕਰੋ। ਬੜਾ ਗੰਦਾ ਟਰੈਂਡ ਚੱਲ ਪਿਆ ਅੱਜ ਕੱਲ੍ਹ ਸਟੇਟਸ ਪਾਉਣ ਦਾ, ਕਿਸੇ ਦੀ ਗੱਡੀ ਲੈ ਲਓ, ਇਹਦਾ ਘੁਮਾਉਂਦੇ ਆ ਨਾਲ ਮਰਜ਼ੀ ਵਿਖਾ ਦਿਓ, ਮੋਬਾਈਲ ਕਿਸੇ ਦਾ ਫੜ ਕੇ, ਘੜੀ ਕਿਸੇ ਦੀ ਫੜ ਕੇ, ਪਰਸ ਕਿਸੇ ਦਾ ਫੜ ਕੇ, ਮਤਲਬ ਕਿਆ ਇਹ ਕੀ ਤਮਾਸ਼ਾ, ਕੀ ਦੱਸਣਾ ਕੀ ਚਾਹੁੰਦੇ ਅਸੀਂ, ਕਿਹੜੀ ਦੁਨੀਆ 'ਚ ਰਹਿੰਦੇ ਅਸੀਂ। ਇੱਕ ਬੰਦਾ ਹੁੰਦਾ ਜਿਹਦੇ ਕੋਲ ਹੁੰਦਾ ਰੁਪਈਆ ਚਵਾਨੀ ਦੱਸਦਾ, ਇੱਕ ਬੰਦੇ ਕੋਲ ਹੁੰਦੇ 10 ਪੈਸੇ, ਉਹ 10 ਰੁਪਈਏ ਦੱਸਦਾ। ਵਿਚੋਲੇ ਵੀ ਇੱਥੇ ਨੁਕਸਾਨ ਹੁੰਦਾ। ਤੁਸੀਂ ਪੁੱਤਰ ਧੀ ਦਾ ਰਿਸ਼ਤਾ ਵੀ ਕਰਨਾ ਨਾ, ਕਈ ਬੰਦੇ ਤੁਸੀਂ ਵੇਖਿਆ 10 ਕਿੱਲੇ ਜ਼ਮੀਨ ਆਉਂਦੀ ਹੋਏਗੀ, ਰਿਸ਼ਤਾ ਕਰਨ ਆਉਣਗੇ ਕਿੰਨੀ ਹੈ ਜੀ, ਕਹਿੰਦਾ ਸਿੰਪਲ ਆ ਜੀ, ਠੀਕ ਆ, ਰੋਟੀ ਪਾਣੀ ਚੱਲੀ ਜਾਂਦਾ। ਕਈ 3 ਕਿੱਲਿਆਂ ਨੂੰ 15 ਕਿੱਲੇ ਬਣਾ ਕੇ ਦੱਸਣਗੇ, ਹੱਦ ਹੋ ਗਈ। ਆਉਣਾ ਤਾਂ ਉਸ ਲੜਕੀ ਨੇ ਤੁਹਾਡੇ ਘਰ ਹੀ ਆ, ਪਹਿਲਾਂ ਦੱਸ ਦਿਓ ਵੀ ਆਹ ਆਏ ਜੀ ਕਾਰੋਬਾਰ ਸਾਡਾ, ਬਸ ਇਹ ਆ ਜਿੱਦਾਂ ਦੀ ਰੋਟੀ ਅਸੀਂ ਖਾਂਦੇ ਉੱਦਾਂ ਦੀ ਤੁਹਾਡੀ ਧੀ ਖਾਈ ਜਾਏਗੀ। ਫਿਰ ਇਹੋ ਜਿਹੇ ਰਿਸ਼ਤਿਆਂ ਦਾ ਸਤਿਕਾਰ ਬੜਾ ਹੁੰਦਾ ਵੀ ਇਹਨਾਂ ਨੇ ਸਾਡੇ ਕੋਲੋਂ ਝੂਠ ਨਹੀਂ ਬੋਲਿਆ। ਜ਼ਿੰਦਗੀ 'ਚ ਟਾਰਗੇਟ ਮਿਥ ਲਓ ਆਪਣਾ, ਜ਼ਿੰਦਗੀ ਵਿੱਚ ਜਿਹੜਾ ਅਸੀਂ ਥੋੜ੍ਹ ਚਿਰ ਅਸੀਂ ਵਕਤੀ ਸੁੱਖ, ਯਤਨ ਬਹੁਤ ਸੁੱਖ ਕੇ ਕੀਏ। ਜਿਹੜਾ ਮਨ ਆ ਨਾ, ਜਿੰਨੇ ਵੀ ਕਦਮ ਚੁੱਕਦਾ ਨਾ, ਇਹ ਸੁੱਖ ਲਈ ਚੁੱਕਦਾ। ਹੁਣ ਫਿਰ ਅੰਦਰ ਦੀ ਬੇਚੈਨੀ ਆਈ ਕਿੱਥੋਂ? ਪਤਾ ਕਿਉਂ ਆਈ? ਕਿਉਂਕਿ ਜਿਹੜੇ ਪਹਿਲੇ ਸਲੋਕ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਨਾ, ਵੀ ਨਰ ਚਾਹਤ ਕਛ ਔਰੇ ਕੀ ਔਰੇ ਪਈ, ਪਿੱਛੇ ਆਪਾਂ ਪੜ੍ਹ ਚੁੱਕੇ ਹਾਂ ਵੀ ਜਿਹਨਾਂ ਸਲੋਕਾਂ 'ਚ ਗੁਰੂ ਸਾਹਿਬ ਨੇ ਕਹਿਤਾ ਵੀ ਮਨ ਮਾਇਆ ਮੈਂ ਰਮ ਰਹੇ ਹੋ, ਮਨ ਮਾਇਆ 'ਚ ਇੱਦਾਂ ਇੱਕਮਿਕ ਹੋਇਆ ਪਿਆ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ। ਜਿਵੇਂ ਚਿੱਤਰ ਕੰਧ ਨੂੰ ਛੱਡਣ ਨੂੰ ਤਿਆਰ ਨਾ, ਇੱਦਾਂ ਮਨ ਵਿਕਾਰਾਂ ਨੂੰ ਛੱਡਣ ਨੂੰ ਤਿਆਰ ਨਹੀਂ। ਮਨ ਵਿਕਾਰਾਂ ਨੂੰ ਛੱਡਣ ਨੂੰ ਤਿਆਰ ਨਹੀਂ,
ਉਹ ਸੋਚਦਾ ਵੀ ਇਹ ਯਤਨਾਂ ਨਾਲ ਮੇਰੀ ਜ਼ਿੰਦਗੀ ਸੁੱਖ ਆ ਜਾਣਾ, ਪਰ ਉਹਨੂੰ ਇਹ ਨਹੀਂ ਪਤਾ ਵੀ ਇਹਨਾਂ 'ਚੋਂ ਸੁੱਖ ਨਹੀਂ ਮਿਲਣਾ, ਇਹਨਾਂ 'ਚੋਂ ਦੁੱਖ ਮਿਲਣਾ। ਯਤਨ ਬਹੁਤ ਸੌਖੇ ਕੀਏ, ਦੁੱਖ ਕੋ ਕੀਓ ਨਾ ਕੋਏ, ਪਰ ਕਹੋ ਨਾਨਕ ਸੁਣ ਰੇ ਮਨਾ। ਗੱਲ ਮੰਨਦੀ ਹੋ ਰਹੀ ਆ ਮਨਾ, ਆ ਜਿਹੜੇ ਤੂੰ ਥੋੜ੍ਹੇ ਚਿਰੇ ਸੁੱਖਾਂ ਦੀ ਗੱਲ ਕਰਦਾ ਫਿਰਦਾ ਨਾ, ਹਰ ਭਾਵੈ ਸੋ ਹੋਏ, ਹੋਣਾ ਉਹੀ ਆ ਜਿਹੜਾ ਉਹਨੂੰ ਪਾਉਂਦਾ ਵਾ, ਅਤੇ ਉਹਨੂੰ ਇਹ ਪਾਉਂਦਾ ਜੋ ਬੀਜਿਆ ਦਿਨ ਵੱਢਣਾ ਪੈਣਾ। ਆਓ ਚੰਗਾ ਬੀਜੀਏ, ਚੰਗਾ ਵੱਢੀਏ, ਚੰਗੇ ਸੰਸਕਾਰ ਆਪ ਆਪਣੇ ਬੱਚਿਆਂ ਨੂੰ, ਸਮਾਜ ਨੂੰ, ਪੁੱਤਰਾਂ ਧੀਆਂ ਨੂੰ ਦੇਣ ਦਾ ਯਤਨ ਕਰੀਏ। ਚੰਗੀ ਸੋਚ ਹੀ ਚੰਗਾ ਸਮਾਜ ਬਣਾਉਣ ਵਿੱਚ ਹਮੇਸ਼ਾ ਹੀ ਸਾਡੀ ਮਦਦ ਕਰਦੀ ਆ। ਉਹ ਕਈ ਵਾਰੀ ਨਾ ਨਿੱਕੀਆਂ ਨਿੱਕੀਆਂ ਲੈਣਾ ਵਿੱਚ ਵੀ ਬੜਾ ਗਿਆਨ ਛੁਪਿਆ ਹੁੰਦਾ। ਕਹਿੰਦੇ ਪੈਰ ਦੀ ਮੋਚ ਅਤੇ ਮਾੜੀ ਸੋਚ ਇਨਸਾਨ ਨੂੰ ਤੁਰ ਨਹੀਂ ਦਿੰਦੀ। ਤੁਹਾਡੇ ਪੈਰ ਨੂੰ ਮੋਚ ਆ ਜੇ, ਕਦਮ ਨਹੀਂ ਤੁਸੀਂ ਪੁੱਟ ਸਕਦੇ, ਅਤੇ ਮਾੜੀ ਸੋਚ ਵੀ, ਭਾਵੇਂ ਉਹ ਪਰਿਵਾਰ ਹੈ, ਭਾਵੇਂ ਕਿਤੇ ਵੀ ਆ, ਤੁਸੀਂ ਕਿਸੇ ਅਦਾਰੇ 'ਚ ਹੋ, ਮਾੜੀ ਸੋਚ ਇਨਸਾਨ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਆਓ ਸੋਚ ਬਦਲੀਏ, ਖਿਆਲ ਬਦਲਣਗੇ, ਸੰਸਕਾਰ ਬਦਲਣਗੇ, ਸੰਸਕਾਰ ਬਦਲਣਗੇ, ਸਾਡੇ ਕੰਮ ਬਦਲਣਗੇ, ਸਮਾਜ ਬਦਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।